ਆਪਾਂ ਗੱਲ ਅਕਸਰ ਕਰਦੇ ਹੁੰਦੇ ਆ ਵੀ ਜਦੋਂ ਕਿਸੇ ਵੀ ਤਰ੍ਹਾਂ ਦਾ ਕੋਈ ਵਿਕਾਸ ਕਰਨਾ ਹੈ ਨਾ, ਉਹਦੇ ਲਈ ਪਰਿਵਰਤਨ ਦਾ ਵਾਪਰਨਾ ਬਹੁਤ ਜ਼ਰੂਰੀ ਹੈ। ਹੁਣ ਇਹ ਗੱਲ ਜਦੋਂ ਆਮ ਬੰਦਾ ਸੁਣਦਾ, ਉਹ ਕਹਿੰਦਾ ਠੀਕ ਆ ਗੱਲ, ਕੋਈ ਸ਼ੱਕ ਨਹੀਂ, ਘਰ ਰੈਨੋਵੇਟ ਕਰਨਾ, ਤੁਸੀਂ ਵਿਕਾਸ ਕਰਨਾ, ਵਧੀਆ ਬਣਾਉਣਾ ਘਰ। 50 ਸਾਲ ਪੁਰਾਣਾ ਘਰ ਕਿਸੇ ਨੇ ਲਿਆ, ਕਹਿੰਦਾ ਵੀ ਉਹਦੇ ਜਿਬੁੜ ਖਰਾਬ ਆ, ਕਾਰਪਟ ਪੁਰਾਣੀ ਆ, ਠੀਕ ਆ, 3 ਲੱਖ ਦਾ ਲੈ ਲਿਆ, ਹੁਣ ਉਹ ਕਹਿੰਦਾ ਮੈਂ 6 ਲੱਖ ਦਾ ਵੇਚਣਾ ਚਾਹੁੰਦਾ, ਵਧੀਆ ਬਣਾਉਣਾ ਚਾਹੁੰਦਾ। ਇਹਨੂੰ ਪਰਿਵਰਤਨ ਤਾਂ ਹੋਊਗਾ, ਪਟਪਟਾਈ ਹੋਊਗੀ। ਠੀਕ, ਹੋ ਸਕਦਾ ਛੱਤ ਵੀ ਬਦਲਣੀ ਪੈ ਜਾਏ। ਕੋਈ ਜ਼ਿਆਦਾ ਸਿਆਣਾ ਉਹ ਕਹਿੰਦਾ ਨਾ ਭਾਈ ਮੈਂ ਤਾਂ ਬਾਹਰੋਂ ਵੀ, ਬਾਹਰ ਲੱਕੜੀ ਹੈ ਇਹਦੇ, ਮੈਂ ਪਟਾ ਕੇ ਇੱਟਾਂ ਲਾਉਣੀਆਂ ਚਾਹੁੰਦਾ, ਮੈਂ ਅੰਦਰ ਹੀਟਿੰਗ ਸਿਸਟਮ ਲਾਉਣਾ, ਸੈਂਟਰਲ ਹੀਟਿੰਗ ਲਾਉਣੀ ਮੈਂ। ਅਗਲੇ ਕਹਿੰਦੇ ਸਾਰਾ ਜਿਬੂਡ ਪੱਟੋ, ਛੱਤ ਅੰਦਰੋਂ ਸੀਲਿੰਗ ਲਾ ਲਓ, ਲਾ ਕੇ ਕਰੋ ਸਾਰਾ ਇਹਦਾ। ਠੀਕ ਹੈ, ਪਰਿਵਰਤਨ ਠੀਕ ਹੈ ਹੋਣਾ ਆ। ਹੁਣ ਜਿਹੜੇ ਜ਼ਿੰਦਗੀ ਦੇ ਕਾਰਜ ਆ, ਉਹਨਾਂ ਦੇ ਵਿੱਚ ਕਾਰ ਆ ਕਿਸੇ ਦੀ ਪੁਰਾਣੀ ਆ, ਠੀਕ ਹੈ, ਅਗਲਾ ਕਹਿੰਦਾ ਵੀ ਨਹੀਂ ਯਾਰ ਚਲਦੀ ਬਹੁਤ ਸੋਹਣੀ ਆ, ਮੈਂ ਥੋੜਾ ਜਿਹਾ ਚਾਹੁੰਦਾ ਇਹਨੂੰ। ਠੀਕ ਹੈ, ਅਗਲਾ ਕਹਿੰਦਾ ਚਲੋ ਪੇਂਟ ਕਰ ਲੈਂਦੇ, ਆ ਕਰ ਲੈਂਦੇ, ਆ ਕਰ ਲੈਂਦੇ। ਵੀ ਵਿਕਾਸ ਲਈ, ਕਿਸੇ ਵੀ ਚੀਜ਼ ਲਈ ਵਧੀਆ ਬਣਾਉਣ ਲਈ ਉਹਦੇ ਚ ਤਬਦੀਲੀ ਹੋਣੀ ਜ਼ਰੂਰੀ ਆ। ਇੱਥੇ ਤੱਕ ਠੀਕ ਆ ਬੰਦਾ ਕਹਿੰਦਾ। ਪਰ ਜਦੋਂ ਉਹਦੀ ਪਰਸਨੈਲਿਟੀ ਦੇ ਨਾਲ ਉਹਦਾ ਆਪਣਾ ਆਪ ਵਿੱਚ ਆਉਂਦਾ ਨਾ, ਉਸ ਵੇਲੇ ਬੰਦਾ ਇਨਸਿਕਿਉਰ ਹੋ ਜਾਂਦਾ। ਉੱਥੇ ਆਪ ਬਦਲਣ ਨੂੰ ਤਿਆਰ ਨਹੀਂ ਹੁੰਦਾ ਬੰਦਾ। ਜਦੋਂ ਕਿਤੇ ਕੰਮ ਕਰਦੇ ਹੁੰਦੇ ਬੰਦੇ, ਠੀਕ ਹੈ, ਕਿਸੇ ਚੀਜ਼ ਨੂੰ ਦੇਖ ਰਹੇ, ਕੋਈ ਡਰਾਇੰਗ ਦੇਖ ਰਿਹਾ ਬੰਦਾ, ਕੋਈ ਪਲਾਨ ਦੇਖ ਰਿਹਾ ਬੰਦਾ। ਹੁਣ ਇੱਕ ਇਲੈਕਟ੍ਰੀਸ਼ੀਅਨ ਆ, ਉਹ ਘਰ ਦੇ ਵਿੱਚ ਗਿਆ, ਫਰੇਮ ਖੜਾ ਆ, ਉੱਥੇ ਲੱਗਾ ਕਰਨ, ਪਲਾਨ ਦੇਖਦਾ ਜਾ ਕੇ। ਹੁਣ ਜਾ ਕੇ ਪਹਿਲਾਂ ਖੜ ਗਿਆ ਉਹ ਏਦਾਂ ਪਲਾਨ ਫੜ ਕੇ ਵੀ ਅੱਛਾ ਜੀ ਠੀਕ ਆ, ਤੁਸੀਂ ਆ ਕੰਕਰੀਟ ਪਾਤੀ ਆ, ਅੱਛਾ ਗਰਾਜ ਇੱਧਰ ਆ ਜੀ, ਠੀਕ ਆ, ਤੇ ਆ ਐਂਟਰੈਂਸ ਆ, ਇੱਥੇ ਖਿੱਚਣੇ ਆ, ਠੀਕ ਆ। ਉਹ ਦੇਖ ਕੇ ਪਲਾਨ ਫੜ ਕੇ ਖੜ ਗਿਆ। ਹੁਣ ਚਾਹੀਦਾ ਕੀ ਆ ਉਹਨੂੰ, ਜਦੋਂ ਉਹ ਪਲਾਨ ਨੂੰ ਦੇਖੇ ਨਾ, ਜਿੰਨੀ ਵਾਰ ਵੀ ਪਲਾਨ ਨੂੰ ਦੇਖੇ ਉਦਾਂ ਹੀ ਫੜੇ, ਆਪ ਉਸੇ ਪਾਸੇ ਨੂੰ ਖੜ ਜਵੇ। ਜਿਹੜਾ ਇੱਕ ਵਾਰੀ ਨਕਸ਼ਾ ਬਣਨਾ ਉਹਦੇ ਦਿਮਾਗ ਦੇ ਵਿੱਚ ਘਰ ਦਾ, ਉਹ ਐਡ ਹੋਈ ਜਾਣਾ, ਉਹਨੂੰ ਪਤਾ ਲੱਗੀ ਜਾਣਾ ਵੀ ਗਰਾਜ ਦੇ ਵਿੱਚ ਆ, ਇਹਦੇ ਪਿਛਲੇ ਪਾਸੇ ਇੱਕ ਬੈਡਰੂਮ ਆ, ਖੱਬੇ ਪਾਸੇ ਇਹਦੇ ਬਾਥਰੂਮ ਆ, ਇੱਥੇ ਕਿਚਨ ਆ, ਇੱਥੇ ਆ, ਠੀਕ ਆ। ਉਹ ਕਰਦੇ ਨੇ ਪਿੱਛੇ ਟੀਵੀ ਇੱਧਰ ਲੱਗਣਾ ਆ। ਉਹ ਜਿੰਨੀ ਵਾਰ ਉਹ ਸਟੱਡੀ ਕਰਨੀ ਆ ਡਰਾਇੰਗ, ਉਨੀ ਵਾਰੀ ਉਹ ਸਾਰਾ ਕੁਝ ਅੰਦਰ ਇੱਕ ਨਕਸ਼ਾ ਜਿਹੜਾ ਉੱਥੇ ਬਣਿਆ ਆ ਉਹਦੇ ਦਿਮਾਗ ਵਿੱਚ ਆਈ ਜਾਣਾ। ਮੁੜ ਕੇ ਜਦੋਂ ਉਹਨੂੰ ਕਿਸੇ ਨੇ ਤੀਜੇ ਚੌਥੇ ਨੇ ਘਰ ਫੋਨ ਕਰਨਾ ਵੀ ਦੇਖ ਭਾਈ ਜਿਹੜੀਆਂ ਤੂੰ ਟੀਵੀ ਦੀਆਂ ਉਹਦੇ ਏਰੀਅਲ ਦੀਆਂ ਤਾਰਾਂ ਕੱਢੀਆਂ ਸੀ ਹਨਾ, ਤੇ ਉਹ ਕੰਪਲੀਟ ਹੋ ਗਈਆਂ, ਤੂੰ ਉਸ ਵੇਲੇ ਕਹਿੰਦਾ ਇਹ ਤਾਰ ਛੋਟੀ ਆ। ਉਹਨੂੰ ਇੱਕਦਮ ਉਹਨੂੰ ਦੇਖਣਾ, ਕਹਿਣਾ ਜੀ ਤੁਸੀਂ ਫਲਾਨੀ ਜਗ੍ਹਾ ਏਦਾਂ ਬੜਿਓ, ਉੱਥੇ ਜਾਇਓ, ਫਰੇਮ ਦੇ ਇਸ ਪਾਸੇ ਜਾ ਕੇ ਉੱਥੇ ਦੇਖਿਓ ਤਾਂ ਫਲਾਨਾ ਆ ਪੁਆਇੰਟ ਆ ਲੱਗਾ ਏਦਾਂ, ਉੱਥੋਂ ਦੱਸ ਦੇਣਾ। ਜੇ ਉਹ ਹਰੇਕ ਵਾਰੀ ਆਪ ਕੰਫਰਟੇਬਲ ਰਹਿਣ ਦੇ ਲਈ ਡਰਾਇੰਗ ਨੂੰ ਦੇਖਣ ਲੱਗਾ, ਪਲਾਨ ਨੂੰ ਦੇਖਣ ਲੱਗਾ, ਮਤਲਬ ਕਦੇ ਇੱਧਰ ਖੜਾ ਹੈ ਤਾਂ ਏਦਾਂ ਫੜ ਲਈ, ਉੱਧਰ ਖੜਾ ਤਾਂ ਇੱਧਰ ਨੂੰ ਫੜ ਲਈ, ਜੇ ਇਸ ਪਾਸੇ ਖੜਾ ਤਾਂ ਇੱਧਰ ਨੂੰ ਫੜ ਲਈ, ਫਿਰ ਨਹੀਂ ਹੋਣਾ, ਫਿਰ ਗਲਤੀ ਕਰੂਗਾ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤੈਅ ਕੀਤਾ ਜਾਂਦਾ ਹੈ ਵੀ ਆ ਇੱਥੇ ਆਇਆ, ਇੱਥੇ ਆਇਆ, ਇੱਥੇ ਆਇਆ, ਠੀਕ ਹੈ। ਉਹਦਾ ਨਕਸ਼ਾ ਕੀ ਆ, ਪਲਾਨ ਕੀ ਆ, ਮਿਥ ਲਿਆ ਜਾਂਦਾ ਪਹਿਲਾਂ, ਫਿਰ ਆਪਣੇ ਆਪ ਨੂੰ ਘੁਮਾਇਆ ਜਾਂਦਾ ਆ। ਪਲਾਨ ਉੱਥੇ ਰਹਿਣੀ ਆ, ਤੁਸੀਂ ਜਿੱਥੇ ਵੀ ਖੜੇ ਆ ਹਰੇਕ ਵਾਰੀ ਤੁਸੀਂ ਘੁੰਮ ਕੇ ਆਉਣਾ ਹੈ। ਕਿਤੇ ਕੰਮ ਕਰਦੇ ਆ, ਹੁਣ ਤੁਸੀਂ ਕਿਤੇ ਕੋਈ ਵਿੰਡੋ ਕੋਈ ਚੇਂਜ ਕਰਨ ਲੱਗਾ ਆ, ਉਹਦੀ ਫਰੇਮਿੰਗ ਲਾਈ ਆ, ਕਿਸੇ ਨੇ ਕਾਰਪਟ ਚੇਂਜ ਕਰਨਾ, ਉਹਦੇ ਥੱਲੇ ਇੱਕ ਫੱਟੀ ਲੱਗੀ ਹੁੰਦੀ, ਉਹ ਲਾਈ ਆ, ਪੇਂਟ ਹੋਣ ਲੱਗਾ ਉੱਤੇ, ਛੱਤ ਕਾਰਨਰ ਦੇ ਉੱਤੇ ਹੁੰਦੀ ਆ, ਉਹ ਫੱਟੀਆਂ ਲਾਈਆਂ, ਉਹ ਜਦੋਂ ਲਾ ਕੇ ਸਾਫ਼ ਕਰਕੇ ਰੱਖਣੀਆਂ ਆ। ਸਿਆਣਾ ਬੰਦਾ ਕੀ ਕਰਦਾ, ਜਿੱਥੇ ਪਈ ਆ ਉੱਥੇ ਉਹਨੂੰ ਏਦਾਂ ਸਾਫ਼ ਕਰਦਾ, ਉਦਾਂ ਹੀ ਰੱਖੀ ਜਾਂਦਾ। ਜਿਹੜੇ ਲੇਜ਼ੀ ਬੰਦੇ ਜਿਨ੍ਹਾਂ ਦਾ ਧਿਆਨ ਨਹੀਂ ਵਿੱਚ ਹੁੰਦਾ, ਉਹ ਕੀ ਕਰਦੇ ਆ, ਏਦਾਂ ਫੱਟੀ ਚੱਕਣਗੇ, ਏਦਾਂ ਨਾਲੇ ਗੱਲ ਕਰਦੇ ਏਦਾਂ ਕਰਕੇ ਮੁੜ ਕੇ ਏਦਾਂ ਰੱਖ ਦੇਣਗੇ ਘੁਮਾ ਕੇ। ਉਹ ਜਦੋਂ ਅਗਲਾ ਦੇਖਣ ਲੱਗਦਾ, ਇੱਥੇ ਵਾਲੀ ਇੱਧਰ ਨੂੰ ਘੁੰਮ ਕੇ ਪਈ ਹੁੰਦੀ ਆ, ਉੱਥੇ ਵਾਲੀ ਇੱਧਰ ਪਈ ਹੁੰਦੀ ਆ, ਕੋਈ ਇੱਧਰ ਪਈ ਹੁੰਦੀ ਆ, ਫਿਰ ਦੁਬਾਰਾ ਉਹਨਾਂ ਨੂੰ ਮੈਚ ਕਰਕੇ ਜੋੜ ਕੇ ਦੇਖਣੀਆਂ ਪੈਣੀਆਂ। ਜ਼ਿੰਦਗੀ ਏਦਾਂ ਹੀ। ਵਿਕਾਸ ਦੇ ਲਈ ਪਰਿਵਰਤਨ ਜ਼ਰੂਰੀ ਆ, ਸਾਰਿਆਂ ਨੂੰ ਪਤਾ ਆ, ਪਰ ਜਦੋਂ ਆਪਣਾ ਆਪ ਆਪਣੀ ਪਰਸਨੈਲਿਟੀ ਵਿੱਚ ਆਉਂਦੀ ਹੈ ਨਾ, ਉਦੋਂ ਬੰਦਾ ਪੈਰ ਅੜਾ ਲੈਂਦਾ। ਜਿਹੜਾ ਮੇਰਾ ਆਲਾ ਦੁਆਲਾ ਆ, ਜਿੱਥੇ ਮੈਂ ਹੁਣ ਹੈਗਾ ਆ, ਮੈਂ ਬੜਾ ਸੁਵਿਧਾ ਵਿੱਚ ਆ, ਫਿੱਟ ਆ, ਮੈਂ ਜਾਣਦਾ ਸਭ ਕੁਝ, ਮਾਰਿਆ ਮੈਂ ਇਹਦੇ ਵਿੱਚ, ਮਨੀਟਰ ਆ ਮੈਂ ਇੱਥੇ,
ਹੁਣ ਇਹ ਬਦਲਣ ਲੱਗੇ ਆ। ਜਦੋਂ ਬਦਲਿਆ ਉਹਦੇ ਵਿੱਚ ਮੇਰੀ ਥਾਂ ਕਿੱਥੇ ਹੋਣੀ ਆ? ਉੱਥੇ ਬੰਦਾ ਵਿਰੋਧ ਸ਼ੁਰੂ ਕਰ ਦਿੰਦਾ। ਤੁਸੀਂ ਸਧਾਰਨ ਜਿਹਾ ਜਿਹੜੇ ਇਸ ਸੁਭਾਅ ਵਾਲੇ ਬੰਦੇ ਆ ਉਹਨਾਂ ਨੂੰ ਫੋਨ ਕਰੋ ਨਾ, ਉਹਨਾਂ ਨਾਲ ਗੱਲ ਕਰੋ ਵੀ ਆਪਾਂ ਮੀਟਿੰਗ ਕਰਨੀ ਆ, ਆਪਾਂ ਆਹ ਕੰਮ ਕਰਨਾ, ਆਪਾਂ ਇਸ ਵੇਲੇ ਪੇਂਟ ਕਰੀਏ, ਅਸੀਂ ਆ ਗੱਡੀ ਉੱਥੇ ਛੱਡ ਕੇ ਆਈਏ ਇਦਾਂ, ਠੀਕ ਹੈ। ਹੁਣ ਜੇ ਤੁਸੀਂ ਉਹਨਾਂ ਨੂੰ ਇਹ ਕਿਹਾ ਵੀ ਕੱਲ ਨੂੰ ਸਵੇਰੇ 10 ਵਜੇ ਅਸੀਂ ਗੱਡੀ ਛੱਡ ਕੇ ਆਉਣੀ ਆ, ਤੂੰ ਮੇਰੇ ਨਾਲ ਜਾਈਂ, ਗੱਡੀ ਛੱਡਣੀ ਆਪਾਂ, ਉੱਥੋਂ ਮੈਨੂੰ ਪਿਕ ਕਰ ਲਈ ਤੂੰ। ਉਸ ਬੰਦੇ ਨੂੰ ਹੈਗਾ ਮੰਨ ਲਓ ਕੰਮ 10 ਵਜੇ, ਉਹਦੇ ਘਰ ਪ੍ਰਾਹੁਣੇ ਆਉਣੇ ਆ, ਜਾਂ ਉਹਨੇ ਆਪਣੀ ਵਾਈਫ ਨੂੰ ਕਹਿ ਦਿੱਤਾ ਵੀ ਆਪਾਂ ਪਿਕਨਿਕ ਤੇ ਜਾਵਾਂਗੇ ਕੱਲ ਨੂੰ, ਮੰਨ ਲਓ ਤੁਸੀਂ ਲੇਟ ਹੋ ਗਏ ਕਹਿਣ ਨੂੰ, ਕੁਛ ਹੋ ਗਿਆ, ਉਹਦੀ ਬੁਕਿੰਗ ਹੋਈ ਹੋ। ਹੁਣ ਚਾਹੀਦਾ ਇਹ ਆ ਉਹ ਬੰਦਾ ਤੁਹਾਨੂੰ ਇਹ ਕਹੇ ਵੀ ਭਾਈ 10 ਵਜੇ ਨਹੀਂ ਜਾਇਆ ਜਾਣਾ, ਮੈਨੂੰ 10 ਵਜੇ ਕੰਮ ਆ, ਮੈਂ ਜਾਂ ਤਾਂ 9 ਵਜੇ ਤੋਂ ਪਹਿਲਾਂ ਜਾ ਸਕਦਾ ਜਾਂ 2 ਵਜੇ ਤੋਂ ਬਾਅਦ ਜਾ ਸਕਦਾ। ਪਰ ਸਾਡੇ ਬੰਦੇ ਜਵਾਬ ਕਿੱਦਾਂ ਦੇਣਗੇ ਤੁਹਾਨੂੰ? ਅਸੀਂ ਕਾਹਤੇ ਕਾਰ ਛੱਡਣ ਜਾਣਾ, ਉਹ ਆਪ ਲੈ ਕੇ ਜਾਵੇ ਤਾਂ। ਮਤਲਬ ਅਗਲਾ ਕਹੂਗਾ ਵੀ ਤੈਨੂੰ ਪਲਾਨ ਨਹੀਂ ਨਾ ਬਣਾਉਣੇ ਨੂੰ ਕਿਹਾ, ਤੇ ਤੂੰ ਤਾਂ ਮੈਂ ਹੈਲਪ ਮੰਗੀ ਆ, ਤੂੰ ਉਹ ਦੱਸ, ਮੇਰੀ ਬਣੀ ਹੋਈ ਪਲਾਨ ਦੇ ਵਿੱਚ ਆ ਕੇ ਉਹਦੀ ਤੋੜ ਮਰੋੜ ਨਾ ਕਰ। ਪਰ ਅਸੀਂ ਕਿਉਂਕਿ ਜਦੋਂ ਕੁਝ ਵਾਪਰਨ ਲੱਗਦਾ ਸਾਨੂੰ ਲੱਗਦਾ ਵੀ ਮੈਂ ਫਸ ਗਿਆ ਹਾਂ। ਉਸ ਵੇਲੇ ਚਾਹੀਦਾ ਇਹ ਆ ਜਦੋਂ ਕਿਸੇ ਵੀ ਕੰਮ ਦੇ ਵਿੱਚ ਅਸੀਂ ਫਸਣ ਲੱਗੇ ਹੋਈਏ, ਉਦੋਂ ਚਾਹੀਦਾ ਇਹ ਆ ਵੀ ਮੈਂ ਇਹ ਕਰਨ ਦੇ ਯੋਗ ਨਹੀਂ, ਮੇਤੋਂ ਨਹੀਂ ਹੋਣਾ, ਇਹ ਕੰਮ ਮੇਤੋਂ ਆਸ ਨਾ ਰੱਖ। ਜਿਹਨੂੰ ਅਸੀਂ ਆਪਣੀ ਔਕਾਤ ਨੂੰ ਪਛਾਣਨਾ, ਆਪਣੇ ਆਪ ਨੂੰ ਆਇਡੈਂਟੀਫਾਈ ਕਰਨਾ। ਵੈਸੇ ਵੀ ਉਹ ਕਹਿੰਦੇ ਆ ਜੇ ਔਕਾਤ ਨੂੰ ਪਛਾਣ ਕੇ ਰੱਖੋਗੇ, ਜੇ ਔਕਾਤ ਦੇ ਵਿੱਚ ਰਹੋਗੇ, ਵਿਪਤਾ ਜਿੱਡੀ ਮਰਜ਼ੀ ਆ ਜਾਏ ਤੁਹਾਡੇ ਪੈਰ ਨਹੀਂ ਉਖੜਨਗੇ ਕਦੇ ਵੀ। ਆਪਣੀ ਔਕਾਤ ਵਿੱਚ ਹੋਣਗੇ ਤਾਂ ਪੈਰ ਜਮਾ ਕੇ ਲੜੋਗੇ। ਮੰਨ ਲਓ ਕਿਤੇ ਕੋਈ ਗੇਮ ਆ, ਹੁਣ ਕਬੱਡੀ ਦਾ ਮੈਚ ਆ, ਕਬੱਡੀ ਦਾ ਪਲੇਅਰ ਖੇਡਣ ਲੱਗਾ, ਉਹਦਾ ਭਾਰ ਹੈਗਾ ਆ 60 ਕਿਲੋ ਤੇ ਸਟਾਪਰ ਆ 60 ਕਿਲੋ ਦੇ weight ਦੇ ਵਿੱਚ ਵਧੀਆ ਸਟਾਪਰ ਆ। ਹੁਣ ਇਹ ਉਹਦੀ ਔਕਾਤ ਆ 60 ਕਿਲੋ, 60 ਕਿਲੋ ਦੀ ਲਿਮਟ ਤੱਕ ਰਹਿਣਾ ਉਹਦੀ ਔਕਾਤ ਆ। ਜੇ ਉਹ ਆਪਣੀ ਔਕਾਤ ਵਿੱਚ ਰਹੂਗਾ ਨਾ ਤੇ ਵਧੀਆ ਪਲੇਅਰਾਂ 'ਚ ਖੇਡੂਗਾ। ਜੇ ਔਕਾਤ ਤੋਂ ਬਾਹਰ ਚਲਾ ਗਿਆ, ਜਿਹੜੇ 80 ਕਿਲੋ 90 ਜਾਂ ਓਪਨ ਵਾਲੇ ਆ ਜਿਹੜੇ, ਜੇ ਉਹਨਾਂ 'ਚ ਖੜ ਗਿਆ ਜਾ ਕੇ ਇਦਾਂ, ਫਿਰ ਪੈਰ ਉਖੜਨਗੇ ਉਹਦੇ, ਫਿਰ ਹਰੇ ਕੋਈ ਆ ਕੇ ਹੱਥ ਲਾ ਕੇ ਪੁਆਇੰਟ ਲੈ ਕੇ ਜਾਊ। ਜਿੱਥੇ ਵੀ ਹੋਈਏ ਅਸੀਂ ਔਕਾਤ ਦੇ ਵਿੱਚ ਰਹੀਏ ਆਪਣੀ 'ਚ, ਫਿਰ ਪੈਰ ਨਹੀਂ ਉਖੜਦੇ ਕਦੇ ਵੀ। ਹੁਣ ਜਦੋਂ ਅਸੀਂ ਵਿਕਾਸ ਦੀ ਗੱਲ ਕਰਦੇ ਆ, ਥਿਊਰੀ ਇਹ ਕਹਿੰਦੀ ਆ ਕਿ ਉਹਦੇ ਲਈ ਪਰਿਵਰਤਨ ਦਾ ਵਾਪਰਨਾ ਲਾਜ਼ਮੀ ਆ, ਤੇ ਅਸੀਂ ਪਰਿਵਰਤਨ ਦਾ ਵਿਰੋਧ ਨਾ ਕਰੀਏ। ਅਸੀਂ ਇਹ ਤਿਆਰ ਰਹੀਏ ਕਿ ਬਦਲ ਰਹੀ ਸਥਿਤੀ ਦੇ ਵਿੱਚ ਆਪਣੀ ਥਾਂ ਕਿੱਦਾਂ ਬਣਾਉਣੀ ਆ। ਜੇ ਹਾਲਾਤ ਸਾਡੇ ਕਾਬੂ ਦੇ ਵਿੱਚ ਨਹੀਂ ਹੈਗੇ ਤੇ ਅਸੀਂ ਆਪਣੇ ਆਪ ਨੂੰ ਕਿੱਦਾਂ ਬਦਲਣਾ, ਉਹਦੀ ਤਿਆਰੀ ਰੱਖੀਏ। ਪਰ ਇੱਥੇ ਜਦੋਂ ਪ੍ਰੈਕਟੀਕਲੀ ਦੇਖਦੇ ਆ, ਤੁਸੀਂ ਜਦੋਂ ਜ਼ਿੰਦਗੀ ਜੀਨੇ ਆ, ਜਦੋਂ ਹਾਲਾਤਾਂ ਵਿੱਚੋਂ ਲੰਘਦੇ ਆ, ਉਦੋਂ ਤੁਹਾਨੂੰ ਪਤਾ ਲੱਗਦਾ ਕਿ ਉਸ ਪਰਿਵਰਤਨ ਦੇ ਲਈ, ਉਸ ਵਿਕਾਸ ਦੇ ਲਈ ਇਕੱਲੇ ਪਰਿਵਰਤਨ ਦੀ ਲੋੜ ਨਹੀਂ ਹੁੰਦੀ, ਪਰਿਵਰਤਨ ਲਿਆਉਣ ਦੇ ਲਈ ਵੀ ਸਿਆਣਪ ਦੀ ਲੋੜ ਪੈਂਦੀ ਆ। ਜੇ ਸਿਆਣਪ ਨਹੀਂ ਤੇ ਵਿਕਾਸ ਵਾਪਰ ਨਹੀਂ ਸਕਦਾ। ਉੱਥੇ ਜੇ ਸਿਆਣਪ ਹੋਊਗੀ, ਜੇ ਦਿਮਾਗ ਹੋਊਗਾ, ਤਾਂ ਇਹ ਬੰਦਾ, ਹਰੇਕ ਬੰਦਾ ਉਹਨੂੰ ਕੈਲਕੂਲੇਟ ਕਰ ਲਊਗਾ ਕਿ ਜੋ ਮੈਂ ਕਰਨਾ ਚਾਹੁੰਦਾ ਵਰਥ ਹੈਗਾ ਆ। ਜਿਹੜੀ ਮੇਰੀ ਕਾਰ ਆ ਚੱਲਦੀ ਬਹੁਤ ਸੋਹਣੀ ਆ, ਪਰ ਜਿੱਦਾਂ ਦੀ ਮੈਂ ਦੇਖਣੀ ਚਾਹੁੰਦਾ, ਜਿੱਦਾਂ ਦਾ ਮੈਂ ਸੁਪਨਾ ਚਿਤਵ ਰਿਹਾ, ਜਿੱਦਾਂ ਦੀ ਮੈਂ ਚਾਹੁੰਦਾ ਵੀ ਬਣ ਜਵੇ ਇਹ, ਵੀ ਏਦਾਂ ਸੋਹਣੇ 20 ਇੰਚ ਦੇ ਟਾਇਰ ਪੈ ਜਾਣ ਇਹਨੂੰ, ਠੀਕ ਆ, ਏਦਾਂ ਦਾ ਰੰਗ ਹੋ ਜਾਏ, ਲੈਦਰ ਦੀਆਂ ਸੀਟਾਂ ਬਣ ਜਾਣ, ਇਹਦੇ ਲਈ ਖਰਚਾ ਕਿੰਨਾ ਹੋਣਾ ਆ। ਹੁਣ 5000 ਦੀ ਹੋ ਰਿਹਾ, 15000 ਹੋਰ ਲਾਤਾ ਮੈਂ, 20000 ਦੀ ਬਣ ਗਈ ਇਹ। 15 ਸਾਲ ਪੁਰਾਣੀ ਆ ਹੁਣ ਤੋਂ, 15 ਸਾਲ ਪੁਰਾਣੀ ਵਧੀਆ ਤੋਂ ਵਧੀਆ ਕਾਰ ਨੂੰ ਜਦੋਂ ਅਗਲਾ ਟ੍ਰੇਡਮੀ ਤੇ ਜਾ ਕੇ ਦੇਖੂਗਾ, ਜਿਹੜੀ ਬਹੁਤ ਹੀ ਸੋਹਣੀ ਆ, ਜਿਹੜੀ ਚੱਲੀਓ ਵੀ ਘੱਟ ਹੋਵੇ,
ਉਹ ਜਾ ਕੇ ਦੇਖੇਗਾ, ਫਿਰ ਉਹਨੂੰ ਪਤਾ ਲੱਗਣਾ ਵੀ ਨਹੀਂ ਭਾਈ ਉਹ ਤਾਂ 10,000 ਤੋਂ ਵੱਧ ਨਹੀਂ ਵਿਕ ਰਹੀ, ਮੈਂ 20,000 ਇਨਵੈਸਟ ਕਰਨ ਲੱਗਾ ਇਹਦੇ ਉੱਤੇ। ਹੁਣ ਫਿਰ ਉਹ ਦੇਖੇ ਵੀ ਜੇ ਇਹ 5,000 ਦੀ ਆ, ਮੇਰੇ ਕੋਲ 15,000 ਮੈਂ ਹੋਰ ਲਾਉਣ ਲੱਗਾ, ਮੰਨ ਲਓ ਇਹ ਕਾਰ ਨੂੰ ਮੈਂ ਇਦਾਂ ਖੜੀ ਰਹਿਣ ਦਿਆਂ, $15,000 ਦੇ ਨਾਲ ਇਸ ਮਾਡਲ ਵਿੱਚ ਕਿੱਦਾਂ ਦੀ ਕਾਰ ਮੈਂ ਖਰੀਦ ਸਕਦਾ ਹਾਂ। ਜਦੋਂ ਉਹਦੀ ਪ੍ਰਾਈਸਿੰਗ ਕਰੂਗਾ, ਕੀਮਤ ਪਤਾ ਕਰੂਗਾ, ਉਹਨੂੰ ਪਤਾ ਲੱਗ ਜਾਣਾ। ਜੇ ਸਿਆਣਪ ਹੋਊਗੀ ਤੇ ਪਰਿਵਰਤਨ ਕਰਦਿਆਂ, ਤਬਦੀਲੀ ਕਰਦਿਆਂ ਨਾ ਉਹ ਵਿਰੋਧ ਕਰੂਗਾ, ਵਿਰੋਧ ਕਰਨ ਦਾ ਕਾਰਨ ਲੱਭੂਗਾ। ਕਦੇ ਵੀ ਜ਼ਿੰਦਗੀ ਦੇ ਵਿੱਚ, ਕਦੇ ਸਾਡੇ ਦਿਮਾਗ ਦੇ ਵਿੱਚ ਕਿਸੇ ਗਰੁੱਪ ਨਾਲ, ਕਿਸੇ ਸੰਸਥਾ ਨਾਲ, ਕਿਸੇ ਸਮਾਜ ਦੇ ਵਿੱਚ ਜਿੱਥੇ ਹੈਗੇ ਆ, ਜੇ ਉੱਥੇ ਕੋਈ ਪਰਿਵਰਤਨ ਹੋਣ ਲੱਗਾ ਆ ਤੇ ਸਾਡੇ ਦਿਮਾਗ ਦੇ ਵਿੱਚ ਸਵਾਲ ਆਇਆ ਵੀ ਮੈਂ ਵਿਰੋਧ ਕਰਾਂ ਇਹਦਾ, ਇਹ ਠੀਕ ਨਹੀਂ ਹੋਣ ਲੱਗਾ, ਉਸ ਵੇਲੇ ਪਹਿਲਾਂ ਆਪਣੇ ਆਪ ਨੂੰ ਪੁੱਛ ਲਿਓ ਵੀ ਮੇਰੀ ਹੈਸੀਅਤ ਕੀ ਆ, ਮੇਰੇ ਲਈ ਜ਼ਰੂਰੀ ਕਿਉਂ ਆ, ਕਾਤੇ ਮੈਂ ਕਹਿਣ ਲੱਗਾ ਵੀ ਨਹੀਂ ਹੋਣਾ ਚਾਹੀਦਾ, ਇੱਥੇ ਉਹ ਕੰਮ ਨੂੰ ਰੋਕਣ ਦੀ ਲੋੜ ਆ ਜਾਂ ਮੈਨੂੰ ਬਦਲਣੇ ਦੀ ਲੋੜ ਆ। ਜੇ ਉਹ ਰੁਕ ਵੀ ਗਿਆ ਫਿਰ ਮੈਂ ਕਿੰਨਾ ਚਿਰ ਟਿਕਿਆ ਰਹੂੰਗਾ ਇਸ ਫੀਲਡ ਦੇ ਵਿੱਚ। ਜਿਹੜਾ ਭ੍ਰਿਸ਼ਟਾਚਾਰ ਮੈਂ ਫੈਲਾਉਣ ਲੱਗਾ, ਜਿਹੜਾ ਮੈਂ ਕੰਮ ਕਰਨ ਲੱਗਾ, ਉਹ ਕਰਦਿਆਂ ਕਰਦਿਆਂ ਕਿੰਨਾ ਚਿਰ ਮੈਂ ਆਪਣੇ ਪੈਰ ਲਾ ਕੇ ਰੱਖੂੰਗਾ। ਜਿੱਦਣ ਇੰਨਾ ਵਰਕਆਊਟ ਕਰਨਾ ਸ਼ੁਰੂ ਕਰ ਦਿੱਤਾ, ਜਿੱਦਣ ਇੰਨੀ ਕੈਲਕੂਲੇਸ਼ਨ ਹੋਣੀ ਸ਼ੁਰੂ ਹੋ ਗਈ, ਉਦਣ ਸਮਾਜ ਦੇ ਆਲੇ ਦੁਆਲੇ ਦੇ ਕੰਮ ਠੀਕ ਠਾਕ ਹੋਣ ਲੱਗ ਪਏ। ਅੱਜ ਜਿਹੜੇ ਸਾਡੇ ਆਲੇ ਦੁਆਲੇ, ਜਦੋਂ ਗੁਰੂ ਸਾਹਿਬ ਦੀ ਗੱਲ ਕਰਦੇ ਆ, ਜਿਹੜੇ ਗੁਰੂ ਨਾਨਕ ਦੇਵ ਜੀ ਨੂੰ ਭੂਤਨਾ ਬਿਤਾਲਾ ਤੱਕ ਕਹਿੰਦੇ ਆ, ਜਿਨ੍ਹਾਂ ਕਰਕੇ ਗੁਰੂ ਅੰਗਦ ਦੇਵ ਜੀ ਨੂੰ ਕਰਤਾਰਪੁਰ ਛੱਡਣਾ ਪੈ ਰਿਹਾ ਆ, ਜਿਹੜੇ ਬਾਦਸ਼ਾਹ ਅਕਬਰ ਦੇ ਕੋਲ ਜਾ ਕੇ ਗੁਰੂ ਅਮਰਦਾਸ ਜੀ ਦੀਆਂ ਸ਼ਿਕਾਇਤਾਂ ਲਾਉਂਦੇ ਆ, ਜਿਨ੍ਹਾਂ ਕਰਕੇ ਭਾਈ ਜੇਠਾ ਜੀ ਨੂੰ ਜਾ ਕੇ ਉੱਥੇ ਉਹਨੂੰ ਕਨਵਿੰਸ ਕਰਨਾ ਪੈ ਰਿਹਾ ਆ, ਜਿਨ੍ਹਾਂ ਕਰਕੇ ਚੌਥੇ ਪਾਤਸ਼ਾਹ ਨੂੰ ਗੋਇੰਦਵਾਲ ਛੱਡਣਾ ਪਿਆ, ਜਿਨ੍ਹਾਂ ਦੇ ਡਰ ਕਰਕੇ ਪੰਜਵੇਂ ਪਾਤਸ਼ਾਹ ਨੂੰ ਤਵੀ ਤੇ ਬਿਠਾਇਆ ਗਿਆ। ਜਦੋਂ ਉਹਨਾਂ ਦੀ ਲਿਸਟ ਬਣਾਉਂਗੇ, ਸਾਰੇ ਉਹ ਆ ਜਿਹੜੇ ਬਦਲਣਾ ਨਹੀਂ ਚਾਹੁੰਦੇ ਸੀ, ਜਿਹੜੇ ਸਮੇਂ ਦੀ ਜਿਹੜਾ ਵੇਗ ਆ ਨਾ, ਸਮੇਂ ਦਾ ਚਾਲ ਆ ਜਿਹੜੀ ਸਮੇਂ ਦੀ, ਉਹਦੇ ਰਾਹ 'ਚ ਰੋੜਾ ਬਣ ਰਹੇ। ਸਮਝਦਾ ਨਹੀਂ ਬੰਦਾ ਵੀ ਜੇ ਹਾਲਾਤ ਮੇਰੇ ਵੱਸ ਵਿੱਚ ਨਹੀਂ ਹੈਗੇ ਤੇ ਮੈਂ ਆਪਣੇ ਆਪ ਨੂੰ ਬਦਲਣ ਦੀ ਤਿਆਰੀ ਰੱਖਾਂ। ਸਮੇਂ ਨੇ ਆਪਣੀ ਰਫ਼ਤਾਰ ਦੇ ਨਾਲ ਤੁਰਿਆ ਜਾਣਾ ਹੈ। ਹਰ ਝਗੜੇ ਪਿੱਛੇ ਕੋਈ ਨਾ ਕੋਈ ਸਵਾਰਥ ਕੰਮ ਕਰਦਾ ਹੁੰਦਾ, ਹਰ ਝਗੜੇ ਪਿੱਛੇ, ਹਰ ਕੰਮ ਜਿਹੜਾ ਹੋ ਰਿਹਾ ਹੁੰਦਾ, ਜਦੋਂ ਵਿਕਾਸ ਹੋਣ ਲੱਗਦਾ ਆ, ਉਹਦੇ ਰਾਹ ਦੇ ਵਿੱਚ ਜਿਹੜੇ ਰੋੜਾ ਬਣਦੇ ਆ, ਜਿਹੜੇ ਝਗੜਾ ਪਾਉਂਦੇ ਆ, ਉਹਨਾਂ ਦੇ ਪਿੱਛੇ ਕੋਈ ਨਾ ਕੋਈ ਸਵਾਰਥ ਕੰਮ ਕਰਦਾ ਹੁੰਦਾ। ਲੱਭ ਕੇ ਦੇਖ ਲਿਓ ਕਦੇ। ਜਦੋਂ ਕੋਈ ਬੰਦਾ ਨਿਰਸਵਾਰਥ ਹੋ ਕੇ ਤੁਰ ਪੈਂਦਾ ਆ, ਪਰ ਉਪਕਾਰੀ ਹੋਣਾ, ਜਦੋਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਅਸੀਂ, ਪਰ ਉਪਕਾਰੀ ਹੋਣ ਦੀ ਗੱਲ ਕਰਦੇ ਹਾਂ, ਉਹ ਸ਼ੁਰੂ ਹੀ ਤਾਂ ਹੁੰਦਾ ਆ ਜਦੋਂ ਅਸੀਂ ਸਵਾਰਥ ਤੋਂ ਉੱਪਰ ਉੱਠਦੇ ਹਾਂ, ਆਪਣੀ ਗਰਜ ਨੂੰ ਪਿੱਛੇ ਛੱਡਦੇ ਹਾਂ, ਆਪਣੇ ਆਪ ਨੂੰ ਪਛਾਣ ਲੈਂਦੇ ਹਾਂ ਕਿ ਮੇਰੀ ਥਾਂ ਕਿੰਨੀ ਆ, ਮੇਰੀ ਹੈਸੀਅਤ। ਸਹੀ ਮਾਇਨਿਆਂ 'ਚ ਦੇਖਿਆ ਜਾਵੇ, ਜਿਹੜਾ ਸਮਾਜ ਦਾ ਕਾਰਜ ਸੀ, ਜਿਹਨੂੰ ਅਸੀਂ ਧਰਮ ਕਹਿੰਦੇ ਹਾਂ, ਧਰਮ ਦਾ ਕਾਰਜ ਸੀ, ਜਿਹੜੇ ਪਰਉਪਕਾਰ ਦੇ ਕਾਰਜ ਸੀ, ਜਿਹੜੇ ਲੋਕ ਭਲਾਈ ਦੇ ਕਾਰਜ ਸੀ, ਉਹ ਸੀਗੇ ਉਹਨਾਂ ਲੋਕਾਂ ਲਈ ਜਿਹੜੇ ਆਪਣੀਆਂ ਗਰਜਾਂ ਤੋਂ ਉੱਪਰ ਉੱਠ ਕੇ ਜੀਣ ਲੱਗ ਪਏ ਸੀ, ਜਿਨ੍ਹਾਂ ਨੂੰ ਇੰਨੀ ਸਮਝ ਆ ਗਈ ਸੀ ਕਿ ਮੇਰੇ ਕੋਲ ਆਪਣੇ ਲਈ, ਆਪਣੇ ਪਰਿਵਾਰ ਲਈ, ਆਪਣੇ ਦੋਸਤਾਂ ਮਿੱਤਰਾਂ ਲਈ ਸਾਰਾ ਕੁਝ ਕਰਨ ਤੋਂ ਬਾਅਦ ਕੁਝ ਹੈ ਬਚਿਆ ਆ, ਕੁਝ એનર્ਜੀ, ਕੁਝ ਪੈਸਾ, ਕੁਝ ਟਾਈਮ ਮੇਰੇ ਕੋਲ ਬਚਿਆ ਆ, ਜਿਹੜਾ ਮੈਂ ਜੇ ਦੂਜਿਆਂ ਨਾਲ ਸ਼ੇਅਰ ਕਰ ਲਵਾਂ ਤਾਂ ਉਹਨਾਂ ਦਾ ਫਾਇਦਾ ਹੋ ਜਾਊਗਾ। ਇਹਦੇ ਵਿੱਚੋਂ ਲੋਕ ਭਲਾਈ ਦੇ ਕਾਰਜ ਨਿਕਲੇ ਸੀ। ਪਰ ਧਰਮ ਦੇ ਨਾਂ ਦੇ ਉੱਤੇ ਜੁੜੇ ਹੋਏ ਲੋਕਾਂ ਨੇ, ਪੰਜਾਬ ਤੋਂ ਆਏ ਹੋਏ ਲੋਕਾਂ ਨੇ, ਇਹਨਾਂ ਮੁਲਕਾਂ ਦੇ ਵਿੱਚ ਆ ਕੇ ਜੇ ਕਿਸੇ ਨੇ ਗਰੀਬਾਂ ਦੀ ਸਹਾਇਤਾ ਕਰਨ ਦੀ ਗੱਲ ਕੀਤੀ ਆ, ਇੰਡੀਆ ਦੇ ਵਿੱਚ ਜਿਹੜੇ ਬੰਦੇ ਫੇਸਬੁੱਕ ਤੇ ਲਾਈਵ ਹੁੰਦੇ ਆ, ਇਦਾਂ ਕਿਸੇ ਦਾ ਆਪਰੇਸ਼ਨ ਹੋਣੇ ਵਾਲਾ ਆ, ਕਿਸੇ ਦੇ ਕੱਪੜੇ ਨਹੀਂ, ਕਿਸੇ ਦਾ ਘਰ ਨਹੀਂ, ਪਰ ਉਪਕਾਰ ਦੀ ਗੱਲ ਕਰਦੇ ਆ। ਜੇ ਕਿਸੇ ਨੇ ਵਿਧਵਾਵਾਂ ਦੇ ਵਿਆਹਾਂ ਦੀ ਗੱਲ ਕੀਤੀ ਆ, ਜੇ ਕਿਸੇ ਨੇ ਗਰੀਬਾਂ ਦੇ ਵਿਆਹਾਂ ਦੀ ਗੱਲ ਕੀਤੀ ਆ, ਕਿਸੇ ਨੇ ਹਸਪਤਾਲ ਸਕੂਲ ਬਣਾਉਣ ਦੀ ਗੱਲ ਕੀਤੀ ਆ,
इन्हां मुल्कां च आके भी जिहड़े ट्रस्ट जो कुछ बनिया, जिहड़े लोग भलाई दीयां गल्लां करन लगे इदां, ਉਹ ਲੋਕ ਸੀ जिन्हां ने अपनी रोजी दे लई ਉਹਨੂੰ बहाना बनाया। ਜਦੋਂ ਉਹਨਾਂ ਦੀ हैसियत देखते हैं, ਉਹਨਾਂ ਦਾ ਸੁਭਾਅ देखते हैं, ਉਹਨਾਂ ਦਾ ਅਸਲ ਵਿੱਚ ਉਹਨਾਂ ਦੀ ਤਬੀਅਤ ਦੇਖਦੇ ਆ, ਤੇ ਉਹਦੇ ਵਿੱਚ ਕੋਈ ਇਦਾਂ ਦੀ ਸੈਂਸ ਨਹੀਂ ਮਿਲਦੀ ਤੁਹਾਨੂੰ। ਉਹਨੇ ਧਰਮ ਦੇ, ਸਮਾਜ ਭਲਾਈ ਦੇ, ਲੋਕ ਭਲਾਈ ਦੇ, ਪਰ ਉਪਕਾਰ ਦੇ ਅਰਥ ਬਦਲ ਦਿੱਤੇ, ਨਫ਼ਰਤ ਪੈਦਾ ਕਰ ਦਿੱਤੀ ਲੋਕਾਂ ਦੇ ਅੰਦਰ। ਜਿਹੜਾ ਇਸ ਰਾਹ ਤੇ ਤੁਰਿਆ ਹੋਇਆਂ ਨੂੰ, ਜਿਹੜੇ ਕਿਸੇ ਅਰਜਨ ਤੋਂ ਬਾਅਦ, ਕਿਸੇ ਗੁਰੂ ਅਰਜਨ ਦੀ ਸ਼ਹੀਦੀ ਤੋਂ ਬਾਅਦ, ਕਿਸੇ ਹਰਗੋਬਿੰਦ ਦੇ ਲਈ ਲੋਕਾਂ ਦੇ ਅੰਦਰ ਮਰ ਮਿਟਣ ਦੀ ਚਾਹਨਾ ਸੀ ਨਾ, ਉਹ ਖੋਹ ਲਈ। ਇਹਨਾਂ ਸਵਾਰਥੀ ਲੋਕਾਂ ਨੇ ਖੋਹ ਲਈ। हर बेईमान बंदा, हर निकम्मा, हर कमचोर बंदा जदों अपनी वारी आउंदी आ ते भजदा आ, जदों दूजे नूं करदे नूं देखदा तां उहदे विचों उहनूं उही कुछ लभदा जिहड़ी उहदी नीयत आ, क्योंकि लुट्टण लई बैठा आ। गुरुद्वारियां दा, प्रबंधकां दा इमेज इन्ना भैड़ा तां बन गया। हरेक बंदा गुरुद्वारे जाके छोटे तो छोटा कोइन, छोटे तो छोटा सिक्का लभदा गोलक दे विच पाउण लई, ते लंगर छकण लगा वध तो वध थाली च पा के खांदा। जोड़े पाउण लाउण लगा कदे नहीं देखदा पे किन्ने गंदे आ, किसी ने सफाई करनी इत्थे आके। बाहर घाह कट्टिया हुंदा, कट्टे हुए घाह दे उत्ते खड़ा हुंदा, फिर जोड़े नाल चंगा घाह लिया के अंदर कारपट दे जिहड़ा मोहरे मैट पिया हुंदा उहदे उत्ते पैर घसा के चंगी तरह इदां खलारा पा के साफ करके चंगी तरह अपने बूट उत्थे जुत्ती उत्थे रख के गंदियां जराबां सने सारे दीवान हाल दे विच सारिआं नूं स्मैल दे के छोटे तो छोटा सेंट पा के इदां सरदा पुजदा वधिया इदां कड़ाह खा के ज्यादा बड़ा थाल लंगर दा छक के टॉयलेट दे विच जाके पेशाब करन लगा नहीं देखदा भी किसी ने सफाई करनी आ, पानी छड्डण लगा नहीं देखदा भी इत्थे चंगा नहीं लगना, तिलकण हो सकदी आ, हथ पुंजण लगा तौलिया थल्ले सिट दिंदा, जे पेपर टावल वरतदा उहदे लई नहीं ख्याल करदा भी मैं बिन दे विच पा के जावां, ढक्कण रख के जावां। इन्नी अणगहली करके जाके बाहर खड़ के कहंदा जी लुट के खा रहे, लुट रहे आ, लुट पे तैनू की लुट लिया पतंदरा, तेरे कोल की आ जिहड़ा लुट लेना। तू तो अपना गंदा भी उत्थे गुरुद्वारे दे टॉयलेट दे विच सट के गया और खलारा पा के गया, टॉयलेट पेपर मुक गया, तैनू इन्नी भी अकल नहीं आई पे मैं बदल के जावां, मेरे मगर किसी ने आना होगा, तेरा की लुट लेना किसी ने।